ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਅਵਤਾਰ, ਜਿਨ੍ਹਾਂ ਨੂੰ ਨਿਰੰਕਾਰ ਜੀ ਵੱਲੋਂ ਵਡਿਆਈ ਬਖਸ਼ੀ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਮਨੁੱਖ ਸਰੀਰ ਦੇ ਅੰਦਰ ਨਿਰੰਕਾਰ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ। ਵੈਸੇ ਦੂਜੇ ਸਰੀਰਾਂ ਵਿੱਚ ਵੀ ਨਿਰੰਕਾਰ ਜੀ ਨੇ ਆਪਣਾ ਸਰੀਰ ਧਾਰਨ ਕੀਤਾ ਹੈ, ਪਰ ਉਹਨਾਂ ਦੀ ਪੂਜਾ ਸੰਸਾਰ ਵਿੱਚ ਨਹੀਂ ਹੋਈ। ਨਰਸਿੰਘ ਅਵਤਾਰ ਹੋਇਆ ਹੈ, ਜਿਹੜਾ 84 ਲੱਖ ਜੂਨ ਤੋਂ ਬਾਹਰੀ ਇੱਕ ਜੂਨ ਨਿਰੰਕਾਰ ਜੀ ਨੇ ਪੈਦਾ ਕੀਤੀ ਹੈ, ਉਹਨਾਂ ਦੀ ਪੂਜਾ ਨਹੀਂ ਹੋਈ। ਮੱਛ ਅਵਤਾਰ, ਕੱਛ ਅਵਤਾਰ, ਵਰਾਹ ਅਵਤਾਰ, ਵੱਖਰਿਆਂ ਵੱਖਰਿਆਂ 84 ਲੱਖ ਜੂਨਾਂ ਦੇ ਵਿੱਚੋਂ ਸਰੀਰ ਧਾਰਨ ਕਰਕੇ ਜਿਸ ਤਰ੍ਹਾਂ ਸਮੇਂ ਮੁਤਾਬਕ ਨਿਰੰਕਾਰ ਜੀ ਨੂੰ ਚੰਗਾ ਲੱਗਿਆ, ਉਹ ਸਰੀਰ ਧਾਰਨ ਕੀਤੇ। 6 ਤਰ੍ਹਾਂ ਦੇ ਅਵਤਾਰ ਹੁੰਦੇ ਨੇ। ਇੱਕ ਨਿਮਿਤ ਅਵਤਾਰ ਆਉਂਦੇ ਨੇ, ਇੱਕ ਨਿਤ ਅਵਤਾਰ ਆਉਂਦੇ ਨੇ, ਅੰਸਾ ਅਵਤਾਰ, ਉਪਦੇਸ਼ਾ ਅਵਤਾਰ, ਤਮ ਅਵਤਾਰ, ਪੂਰਨ ਤਮ ਅਵਤਾਰ। ਜਿਹੜੇ ਨਿਮਿਤ ਆਉਂਦੇ ਨੇ, ਕਿਸੇ ਕਾਰਜ ਕਰਕੇ, ਇੱਕੋ ਹੀ ਕਾਰਜ ਕਰਨ ਵਾਸਤੇ ਆਉਂਦੇ ਨੇ। ਉਹ ਕਾਰਜ ਕਰਕੇ ਆਪਣਾ ਚਲੇ ਜਾਂਦੇ ਹਨ, ਉਹਨਾਂ ਨੂੰ ਕਹਿੰਦੇ ਹਨ ਨਿਮਿਤ ਅਵਤਾਰ। ਹਰਨਾਕਸ਼ ਨੂੰ ਮਾਰਨ ਵਾਸਤੇ ਜੋ ਸਰੀਰ ਧਾਰਨ ਕੀਤਾ, ਇੱਕੋ ਹੀ ਕੰਮ ਕਰਨ ਵਾਸਤੇ ਨਿਰੰਕਾਰ ਜੀ ਆਏ ਸੀ, ਕਰਕੇ ਚਲੇ ਗਏ। ਇਸੇ ਤਰ੍ਹਾਂ ਹੋਰ ਵੀ ਸਰੀਰ ਧਾਰਨ ਕੀਤੇ ਨੇ, ਬੜਾ ਲੰਬਾ ਇਤਿਹਾਸ ਹੈ। ਜਿਹੜੇ ਨਿਤ ਅਵਤਾਰ ਆਉਂਦੇ ਨੇ 6 ਅਵਤਾਰਾਂ ਵਿੱਚ, ਉਹਨਾਂ ਨੂੰ ਸਾਧੂ ਮਹਾਤਮਾ ਕਹਿ ਲਓ, ਭਗਤ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ। ਇਹ ਸਦਾ ਆਉਂਦੇ ਰਹਿੰਦੇ ਹਨ। ਜਿਸ ਤਰ੍ਹਾਂ ਫੁਲਵਾੜੀ ਦੇਖਣ ਵਾਸਤੇ, ਉਸ ਫੁਲਵਾੜੀ ਦੀ ਰੱਖਿਆ ਕਰਨ ਵਾਸਤੇ, ਫੁਲਵਾੜੀ ਨੂੰ ਹਰਿਆਂ ਭਰਿਆਂ ਰੱਖਣ ਵਾਸਤੇ ਮਾਲੀ ਦੀ ਜ਼ਰੂਰਤ ਹੈ। ਉਹ ਮਾਲੀ ਕਿਸੇ ਬੂਟੇ ਨੂੰ ਸੁੱਕਦੇ ਨੂੰ ਪਾਣੀ ਦਿੰਦਾ ਹੈ, ਔਰ ਜਿਸ ਨੂੰ ਬਿਮਾਰੀ ਹੁੰਦੀ ਹੈ ਉਹਨੂੰ ਦਵਾਈ ਦਿੰਦਾ ਹੈ। ਸਮੇਂ ਮੁਤਾਬਕ ਉਸ ਦੀ ਰੱਖਿਆ ਕਰਦਾ ਹੈ, ਦੇਖਭਾਲ ਕਰਦਾ ਹੈ। ਉਹਨਾਂ ਨੂੰ ਕਹਿੰਦੇ ਹਨ ਸੰਤ ਮਹਾਤਮਾ, ਸਾਧੂ ਮਹਾਤਮਾ। ਦੁਖੀ ਜੀਵਾਂ ਦੀਆਂ ਪੁਕਾਰਾਂ, ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਆ, ਬਿਮਾਰੀ ਦਾ ਇਲਾਜ ਨਹੀਂ ਹੁੰਦਾ, ਉਹਨੂੰ ਸਾਧੂ ਮਹਾਤਮਾ ਦਿੰਦੇ ਆ। ਜਿਨ੍ਹਾਂ ਨੂੰ ਕੋਈ ਚੀਜ਼ ਸੰਸਾਰ ਵਿੱਚੋਂ ਸਰਕਾਰਾਂ ਤੋਂ ਨਹੀਂ ਮਿਲ ਸਕਦੀ, ਕਿਸੇ ਅਮੀਰ ਆਦਮੀਆਂ ਤੋਂ ਪ੍ਰਾਪਤ ਨਹੀਂ ਹੋ ਸਕਦੀ, ਉਹ ਵਸਤੂ ਸਾਧੂ ਮਹਾਤਮਾ ਦੇ ਦਿੰਦੇ ਆ। ਮਿਸਾਲ ਦੇ ਤੌਰ 'ਤੇ ਕਿਸੇ ਮਨੁੱਖ ਦੇ ਔਲਾਦ ਨਾ ਹੋਵੇ, ਸਾਧੂ ਮਹਾਤਮਾ ਔਲਾਦ ਉਸ ਨੂੰ ਦੇ ਦਿੰਦੇ ਆ। ਪਰ ਡਾਕਟਰ ਹਕੀਮ, ਜਿੱਥੇ ਡਾਕਟਰਾਂ ਹਕੀਮਾਂ ਦੀ ਬਾਹ ਪੇਸ਼ ਨਾ ਜਾਵੇ, ਉੱਥੋਂ ਸਾਧੂ ਮਹਾਤਮਾ ਦੇ ਕੋਲੋਂ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ। ਜਦੋਂ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸ੍ਰਿਸ਼ਟੀ ਦੀ ਰਚਨਾ ਕਰਦਿਆਂ ਸਾਰੇ ਜੀਵ ਪੈਦਾ ਕਰਕੇ ਜੀਵਾਂ ਦੇ ਕਰਮ ਲਿਖ ਦਿੱਤੇ, ਔਰ ਜੀਵਾਂ ਨੂੰ ਸਰੀਰ ਦੇ ਕੇ ਸੰਸਾਰ ਵਿੱਚ ਭੇਜ ਦਿੱਤਾ। ਕਰਮ ਲਿਖਦਿਆਂ ਲਿਖਦਿਆਂ ਸਿਆਹੀ ਵੱਧ ਗਈ, ਔਰ ਫਿਰ ਵਿਚਾਰ ਕੀਤੀ ਮਹਾਤਮਾ ਲੋਕਾਂ ਨੇ। ਇਹ ਵਿਚਾਰ ਹੋਈ ਕਿ ਸਿਆਹੀ ਇਹ ਕਿੱਥੇ ਰੱਖੀ ਜਾਵੇ, ਔਰ ਫਿਰ ਇੱਕ ਮਸਲਾ ਉਸ ਵਿੱਚ ਉੱਠਿਆ, ਜੇ ਕਿਸੇ ਮਨੁੱਖ ਦੇ ਕੋਲ ਕੋਈ ਵਸਤੂ ਨਾ ਹੋਵੇ, ਉਹ ਕਿੱਥੇ ਜਾਵੇ? ਉਸ ਨੂੰ ਵਸਤੂ ਦੀ ਜ਼ਰੂਰਤ ਹੋਵੇ, ਕਿੱਥੋਂ ਲਿਆਵੇ? ਇਹ ਵਿਚਾਰ ਕੀਤੀ ਗਈ, ਇਹ ਸਿਆਹੀ ਸਾਧੂ ਮਹਾਤਮਾ ਦੀਆਂ ਰਸਨਾਂ 'ਤੇ ਪਾ ਦਿਓ। ਜਿਹੜੇ ਨਾਮ ਜਪਣ ਵਾਲੇ ਗੁਰਮੁਖ ਹਨ, ਇਹ ਸਿਆਹੀ ਉਹਨਾਂ ਦੀ ਰਸਨਾਂ 'ਤੇ ਪਾ ਦਿਓ। ਜਿਸ ਨੂੰ ਕੋਈ ਚੀਜ਼ ਚਾਹੀਦੀ ਹੋਵੇ, ਉਹ ਵਸਤੂ ਸਾਧੂ ਮਹਾਤਮਾ ਦੀ ਸੇਵਾ ਕਰਕੇ ਉਹ ਸਾਧੂ ਮਹਾਤਮਾ ਉਸੇ ਸਿਆਹੀ ਨਾਲ ਉਹਦੇ ਕਰਮ ਵਿੱਚ ਲਿਖ ਦੇਣਗੇ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲੱਗ ਗਏ। 4 ਪਦਾਰਥ ਕਿਸੇ ਦੇ ਕਰਮਾਂ ਵਿੱਚ ਨਾ ਹੋਣ, ਗੁਰੂ ਅਰਜਨ ਦੇਵ ਮਹਾਰਾਜ ਨੇ ਤਰੀਕਾ ਦੱਸਿਆ ਹੈ। ਭਾਈ ਇਸ ਜਗ੍ਹਾ 'ਤੇ ਚਲੇ ਜਾਓ। ਜਿਸ ਤਰ੍ਹਾਂ ਸੋਨਾ ਲੈਣਾ ਹੈ, ਉਹਨੂੰ ਸਿਆਣੇ ਬੰਦੇ ਕਹਿ ਦਿੰਦੇ ਭਾਈ ਸੁਨਿਆਰੇ ਦੀ ਦੁਕਾਨ ਫਲਾਨੀ ਜਗ੍ਹਾ 'ਤੇ ਹੈ। ਜਾਂ ਕਿਸੇ ਨੇ ਕੋਈ ਦਾਲ ਸਬਜ਼ੀ ਕਰਿਆਨਾ ਲਿਆਉਣਾ ਹੈ, ਆਮ ਲੋਕ ਦੱਸ ਦਿੰਦੇ ਭਾਈ ਫਲਾਨੀ ਜਗ੍ਹਾ 'ਤੇ ਤੈਨੂੰ ਇਹ ਚੀਜ਼ ਮਿਲਣੀ ਹੈ। ਜੇ ਕਿਸੇ ਨੂੰ 4 ਪਦਾਰਥਾਂ ਵਿੱਚ ਧਰਮ ਵੀ ਆਉਂਦਾ ਹੈ, ਧਰਮ ਦੇ ਨਾਲ
ਧਾਰਮਿਕ ਹੋਣਾ ਬਹੁਤ ਵੱਡੀ ਗੱਲ ਹੈ। ਮਨੁੱਖ ਰਾਜਾ ਬਣ ਜਾਣਾ ਵੱਖਰੀ ਗੱਲ ਹੈ, ਧਾਰਮਿਕ ਪੱਖ ਹੋਣਾ ਬਹੁਤ ਦੂਰ ਦੀ ਗੱਲ ਹੈ। ਰਾਜਾ ਹੋ ਜਾਂਦਾ ਵੱਖਰੀ ਗੱਲ ਹੈ, ਪਰ ਧਾਰਮਿਕ ਹੋਣਾ ਜ਼ਰੂਰੀ ਨਹੀਂ ਸਾਰੇ ਰਾਜੇ ਧਾਰਮਿਕ ਹੋ ਜਾਣ। ਧਰਮ, ਅਰਥ ਤੇ ਕਾਮ ਤੇ ਮੋਕਸ਼, ਇਹ ਚਾਰ ਚੀਜ਼ਾਂ ਸਾਰੇ ਮਨੁੱਖਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ। ਧਰਮ ਹੈ ਧਰਮ ਦੀ ਪੌੜੀ 'ਤੇ ਤੁਰ ਪੈਣਾ, ਤਰੱਕੀ ਕਰਨੀ। ਧਰਮ ਦੀ ਪੌੜੀ 'ਤੇ ਆਪ ਤੁਰਨਾ, ਲੋਕਾਂ ਨੂੰ ਪ੍ਰੇਰਿਤ ਕਰਨਾ। ਅਰਥ ਕਹਿੰਦੇ ਨੇ ਧਨ। ਕਈ ਮਨੁੱਖਾਂ ਕੋਲ ਧਰਮ ਤਾਂ ਹੁੰਦਾ ਹੈ, ਉਹਨਾਂ ਕੋਲ ਧਨ ਨਹੀਂ ਹੁੰਦਾ। ਜਿਨ੍ਹਾਂ ਕੋਲ ਧਰਮ ਦੀ ਪੌੜੀ ਹੈ ਉਹਨਾਂ ਦੇ ਧਨ ਅੱਗੇ ਪਿੱਛੇ ਤੁਰਿਆ ਫਿਰਦਾ ਹੈ। ਅਰਥ ਕਹਿੰਦੇ ਨੇ ਧਨ ਨੂੰ। ਉਹ ਤੇ ਅੱਗੇ ਹੈ ਕਾਮ। ਕਾਮ ਹੁੰਦਾ ਹੈ ਕਈ ਵਾਰੀ ਮਨੁੱਖ ਦੀਆਂ ਭਾਵਨਾ, ਮਨੁੱਖ ਦੀਆਂ ਕਾਮਨਾ ਅਧੂਰੀਆਂ ਰਹਿ ਜਾਂਦੀਆਂ, ਸੰਸਾਰ ਦੇ ਵਿੱਚ ਵਿਚਰਦਿਆਂ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਕਈਆਂ ਦਾ ਵਡੇਪਾ ਵੀ ਲੰਘ ਜਾਂਦਾ, ਸੁੱਖ ਨਹੀਂ ਪ੍ਰਾਪਤ ਹੁੰਦੇ। ਕਈਆਂ ਦਾ ਵਡੇਪਾ ਬਤੀਤ ਹੋ ਜਾਂਦਾ, ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ। ਕਈਆਂ ਦਾ ਵਡੇਪਾ ਲੰਘ ਜਾਂਦਾ, ਔਲਾਦ ਦਾ ਸੁੱਖ ਨਹੀਂ ਮਿਲਦਾ। ਇਹਨੂੰ ਕਹਿੰਦੇ ਨੇ ਕਾਮਨਾ। ਕੋਈ ਕਾਮਨਾ, ਕਈ ਸਾਰੀਆਂ ਕਾਮਨਾ ਅਮੀਰ ਆਦਮੀਆਂ ਦੀਆਂ ਪੂਰਨ ਨਹੀਂ ਹੁੰਦੀਆਂ। ਸਾਰੀਆਂ ਕਾਮਨਾ ਰਾਜਿਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ। ਉਸ ਨੂੰ ਕਹਿੰਦੇ ਨੇ ਕਾਮਨਾ। ਕਾਮ ਤੇ ਮੋਕਸ਼। ਮੋਕਸ਼ ਹੁੰਦਾ ਸਾਰੇ ਸੁੱਖ ਸੰਸਾਰ ਦੇ ਭੋਗਦਿਆਂ ਵਿੱਚੋਂ। ਜਿਸ ਤਰ੍ਹਾਂ ਮਰਗਾਬੀ ਦੇ ਖੰਭ ਪਾਣੀ ਦੇ ਵਿੱਚ ਨਹੀਂ ਭਿੱਜਦੇ, ਇਸ ਤਰ੍ਹਾਂ ਮਨੁੱਖ ਸੰਸਾਰ ਦੇ ਵਿੱਚੋਂ ਨਿਕਲ ਜਾਵੇ। ਇਸ ਤਰ੍ਹਾਂ ਮਰਗਾਬੀ ਦਾ ਖੰਭ ਪਾਣੀ ਵਿੱਚ ਡੁਬਕੀ ਮਾਰਦੀ ਹੈ, ਖੰਭਾਂ ਨੂੰ ਪਾਣੀ ਸਪਰਸ਼ ਨਹੀਂ ਕਰਦਾ। ਉਸ ਨੂੰ ਕਹਿੰਦੇ ਆ ਮੁਕਤੀ। ਇਹ ਚਾਰੇ ਚੀਜ਼ਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਸੇ ਨੇ ਪ੍ਰਾਪਤ ਕਰਨੀਆਂ ਹੋਣ, ਸਾਧੂ ਮਹਾਤਮਾ ਦੀ ਸ਼ਰਨ ਵਿੱਚ ਚਲਿਆ ਜਾਵੇ। ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਨੀ ਪਰੈ। ਜਿਹਨੂੰ ਜਨਮ ਮਰਨ ਤੋਂ ਡਰ ਲੱਗਦਾ ਹੋਵੇ, ਸਾਧੂ ਜਨਾਂ ਦੀ ਸ਼ਰਨ ਪੈ ਜਾਵੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਇੱਕ ਬਹੁਤ ਵੱਡੀ ਗੱਲ ਹੈ ਸਾਰੇ ਸੰਸਾਰ ਵਿੱਚ। ਜਿਸ ਮਨੁੱਖ ਦੀ ਭਾਵਨਾ ਬਣ ਜਾਣੀ, ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਬਣ ਜਾਣੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਬੋ ਅੰਦਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੀ ਇੱਛਾ ਬਣ ਜਾਣੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਸਾਰੀਆਂ ਚੀਜ਼ਾਂ ਇਸ ਜਗ੍ਹਾ ਤੋਂ ਮਿਲ ਜੂਗੀਆਂ, ਪਰ ਜਿਹਦੀ ਦਰਸ਼ਨਾਂ ਦੀ ਇੱਛਾ ਬਣੀ ਆ, ਕਹਿੰਦੇ ਭਾਈ ਉਹਦੇ ਬਲਿਹਾਰ ਜਾਂਦੇ ਹਾਂ ਅਸੀਂ। ਭਾਵੇਂ ਦਰਸ਼ਨ ਤਾਂ ਨਹੀਂ ਹੋਏ, ਪਰ ਤੇਰੀ ਭਾਵਨਾ ਤਾਂ ਚੰਗੀ ਬਣ ਗਈ, ਪਰ ਤੇਰੀ ਇੱਛਾ ਤਾਂ ਚੰਗੀ ਬਣੀ ਆ। ਕਿਸੇ ਦੀ ਕੋਈ ਇੱਛਾ, ਕਿਸੇ ਦੀ ਕੋਈ ਇੱਛਾ। ਦਰਸ਼ਨਾਂ ਦੀ ਇੱਛਾ ਬਣਨੀ ਬਹੁਤ ਵੱਡੀ ਗੱਲ ਹੈ। ਸੰਤ ਜਿਨ੍ਹਾਂ ਦੀ ਯਾਦ ਮਨਾਉਣ ਵਾਸਤੇ ਬੈਠੇ ਹੋ, ਜੋ 74 ਰੂਪ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਰਸਨਾ ਤੋਂ, ਪਵਿੱਤਰ ਰਸਨਾ ਤੋਂ ਦੱਸ ਗਏ ਸਨ ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ। ਉਹਨਾਂ 74 ਵਿੱਚ ਇੱਕ ਰੂਪ ਗੁਰੂ ਨਾਨਕ ਸਾਹਿਬ ਦਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਂ ਵਾਲੀਏ ਹੋਏ ਆ। ਜਿਨ੍ਹਾਂ ਨੂੰ ਦਰਸ਼ਨ ਦਿੱਤੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਵਿੱਚ, ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ, ਉਹ ਸਾਰੀਆਂ ਜ਼ਿੰਦਗੀਆਂ ਸਵਾਸਾਂ ਤੱਕ ਉਹਨਾਂ ਦੇ ਚਰਨਾਂ ਵਿੱਚ ਸੇਵਾ ਵਾਸਤੇ ਲਾ ਗਏ। ਜਿਨ੍ਹਾਂ ਦੀ ਯਾਦ ਮਨਾਉਣ ਵਾਸਤੇ ਬੈਠੇ ਹੋ, ਉਹਨਾਂ ਦੇ ਸਥਾਨ, ਪਵਿੱਤਰ ਸਥਾਨ 'ਤੇ ਸੇਵਾਦਾਰ ਸਨ ਸ੍ਰੀਮਾਨ ਸੰਤ ਬਾਬਾ ਜੱਗਾ ਸਿੰਘ ਜੀ। ਲੰਬਾ ਸਮਾਂ ਸੇਵਾ ਕੀਤੀ ਹੈ, ਸਵਾਸਾਂ ਤੱਕ ਆਪਣੇ ਜੀਵਨ ਲਾ ਗਏ। ਇੱਕ ਵਾਰ ਮਨ ਦੇ ਅੰਦਰ ਫੁਰਨਾ ਬਣ ਗਿਆ ਕਿ ਮੈਂ ਹਜ਼ੂਰ ਸਾਹਿਬ ਦਰਸ਼ਨ ਕਰਨ ਜਾ ਆਵਾਂ। ਮਨ ਦਾ ਫੁਰਨਾ ਬਣਾ ਕੇ ਸੰਤ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਨ ਆਏ, ਮਹਾਰਾਜ ਆਗਿਆ ਬਖਸ਼ੋ ਜੀ, ਮੈਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ। ਪਲੰਘੇ 'ਤੇ ਬੈਠੇ ਸਨ, ਬੜੀ ਸ਼ਾਂਤੀ ਨਾਲ, ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਾਂਤ ਰਸ ਨਿਕਲਦਾ ਸੀ। ਇੱਦਾਂ ਦੇ ਬਚਨ ਮਨੁੱਖ ਸੁਣ ਕੇ ਹੀ ਸ਼ਾਂਤ ਹੋ ਜਾਂਦਾ ਸੀ। ਹਜ਼ਾਰਾਂ ਫੁਰਨੇ ਲੈ ਜਾਈਏ, ਜਾ ਕੇ ਸਾਰੇ ਫੁਰਨੇ ਖਤਮ ਹੋ ਜਾਂਦੇ ਸਨ। ਮਨੁੱਖ ਨੂੰ ਚੇਤਾ ਹੀ ਭੁੱਲ ਜਾਂਦਾ ਸੀ ਮੈਂ ਕੀ ਪੁੱਛਣ ਆਇਆ ਸੀ। ਉੱਥੇ ਦਰਸ਼ਨਾਂ ਦੀ ਐਸੀ ਖਿੱਚ ਸੀ ਉਹਨਾਂ ਦੀ। ਬਾਬਾ ਜੱਗਾ ਸਿੰਘ ਜੀ ਨੇ ਝੋਲੇ ਵਿੱਚ ਵਸਤਰ ਪਾ ਕੇ ਆ ਕੇ ਮੱਥਾ ਟੇਕਿਆ, ਮਹਾਰਾਜ ਆਗਿਆ ਬਖਸ਼ੋ ਜੀ। ਕਹਿਣ ਲੱਗੇ ਕਾਕਾ ਕਿੱਥੇ ਨੂੰ ਚੱਲਿਆ? ਕਹਿੰਦੇ ਮਹਾਰਾਜ ਹਜ਼ੂਰ ਸਾਹਿਬ ਨੂੰ ਜਾਣਾ। ਕਹਿੰਦੇ ਕੀ ਕਰਨ ਜਾਣਾ ਤੂੰ ਉੱਥੇ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜਾਣਾ।
बैठे बैठे कहन लगे अखां मीट, अखां खोल दे। जे अखां खोलियां सामने पलंगे ते साहब गुरु गोबिंद सिंह साहब का ਸਰੂਪ बन के बैठे है। बाबा जंगा सिंह उठ के चरणों ते डिग पए, कहन लगे पुत जा इट्टां देखियां शहर देखिया। कहंदे इट्टां तीर्थां ते भी इदां दियां ही आ। कहंदे नाम की महानता है, नाम की महिमा है। जिथे किसी महापुरुष ने नाम जपिया है, जिथे किते बंदगीवान पुरुषों ने बैठ के बंदगी की है, वो धरती पवित्र हो जाती है। जाओ कहंदे पुत तीर्थां की महानता भी साधु नाल ही है। जितने मंदिर देवी थापे तितने लोचे तूड़ साधु की ताई। जितनी श्रेष्ठ तुमरी मेरे स्वामी तितनी लोचे तूड़ साधु की ताई। जिन्हें दुनिया च स्थान है सारे साधुआं की धूड़ी नाल ही बने हैं। जिथे जिसे साधु ने चरण रखिया तीर्थ बन गया। 68 तीर्थ जां साध भगत रे। एक तीर्थ तो 68 तीर्थां का पुण्य मिल जाना बहुत वड्डी महानता वाली गल है। ये पावर उन्हां विच सी। अज भी जिथे जिथे चरण रखे आ उत्थे उत्थे स्थान बने हुए आ। उन्हां दे सेवक सन ठाकर जी, पिंड ढंडोवाल सुल्तानपुर दे कोल पिंड है। उत्थे उन्हां दी वरसी मनाउंदे हुंदे आ ठाकुर जी दी। उन्हां दे परिवार दे कुछ एक दिन संबंधी उन्हां दे आए सन परिवारक। उन्हां ने बचन सुनाया सी। कहंदे ठाकुर जी ने मन दे विच फुरना बना लिया कि मैं गुरु गोबिंद सिंह साहब जी महाराज दे जिन्ना चਿਰ दर्शन नहीं होने मैं प्रसादा नहीं छकना। प्रसादा छड्ड दिता और जल छक लेना, पानी पी लेना। 3 महीने घूमते रहे, प्रसादा नहीं छकिया। 3 महीनों तो बाद जदों संत महाराज जी हरखो वालियां का मिलाप होया, जदों मिले बाबा ठाकर जी मिलण लगे, संत महाराज कहन लगे की गल प्रसादा नहीं छकदा। ये उन्होंने आप गल सुनाई है। कहंदे खड़िया खड़िया कहंदे की गल प्रसादा नहीं छकदा। कहंदे महाराज मैं प्रण किया होया साहब गुरु गोबिंद सिंह साहब के दर्शनों तो बिना मैं प्रसादा छकना नहीं है। जिन्ना चਿਰ दर्शन नहीं हुंदे मैं प्रसादा नहीं छकना। खड़े खड़े नूं कहण लगे अखां मीट, खड़े खड़े कहण लगे अखां खोल दे। ਜਾਂ ठाकर जी ने अखां खोलियां सामने गुरु गोबिंद सिंह ਸਾਹਿਬ का ਸਰੂਪ खड़े है। ठाकर जी चरणों ते टै पिया। 12 साल उस पवित्र स्थान ते लकड़ां की सेवा की ठाकर जी ने। जिन्हां जिन्हां नूं अपना आप दिखाल दिता, जिसनों तू जना है सोई जन जाने। जिन्हां नूं जना दिता वही जान सकते हैं। जिन्हां नूं नहीं पता लगता विच घूमते रहे, दुनिया नूं पता नहीं लग्या नेड़े हल बाउंदे रहे कही। जिन्हां नूं जना दिता मैं उही स्वरूप हाँ, खालसा मेरा रूप है खास, खालसे में हो करो निवास। साहब गुरु गोबिंद सिंह साहब जी महाराज ने अपने वर्गे खालसे बना के आनंदपुर साहब की धरती तो तोरे सन। उन्हां खालसियां विचों एक खालसा स्वरूप संत महाराज जी हरखो वालिए होए आ, जिन्हां नूं साहब गुरु गोबिंद सिंह साहब जी महाराज ने बचन किया आत्म रस जो जान ही सो है खालस देव, तास मैं मोह मैं रंचक नाही भेद। उन्हां दा तां मेरा रंचक मात्र भी भेद नहीं है। ये उन्हां 74 ਸਰੂਪਾਂ विचों एक बारी किसी प्रेमी ने बचन किया सी महाराज अजिते रंधावे नाल गुरु नानक देव महाराज ने गोष्ठ विच बचन किया कि असी 74 रूप भगतां दे रूप विच आवांगे। जिन्हां जिन्हां ते कृपा करांगे उन्हां नूं पता लगेगा, जिन्हां नूं नहीं पता लगेगा नहीं लगन देवेगा, पता नहीं लगेगा, भुलेखे विच लोग रह जाणगे। महाराज किस तरह पहचान हो सकती है। उस वेले संत महाराज जी हरखो वालियां ने मूँह ते हथ फेर के थले दाड़े दे उपर दी हथ घुमा के लैके आए। कहण लगे भाई भावें सामने बैठे रहन, अन्यां नूं की पता लग सकता है। जिन्हां ने दृष्टि की वो सारी सारी जिंदगी सवासां तक उन्हां दे जीव उन्हां दे चरनां 'च सेवा कर गए। ये भी बचन कर दिता उन्हां नूं भाई जिथे मैं थानू खड़े किया उत्थे खड़े रहो, पार करना मेरा जुम्मा है। तुसी भजन की करना कहंदे जिहड़ा तुसी सारी जिंदगी भजन नहीं कर सकते असी 1 मिनट लाउणा थानू उस पदवी ते पहुँचावांगे जिथे कोई मनुख पहुँच नहीं सकता। ये बचन कर करके बहुत सारे प्रेमी उन्हां दे चरनां विचों वो अवस्था लैके निकले जिहड़ी अवस्था